बस चलती नहीं बननी गल उत्ते सामने ਪਰੇਡ ਕਮਾਂਡਰ DSPD ਹਰਸ਼ਪ੍ਰੀਤ ਸਿੰਘ ਮੁੱਖ ਮਹਿਮਾਨ ਜੀ ਨੂੰ ਪਰੇਡ ਦੀ ਇੰਸਪੈਕਸ਼ਨ ਲਈ ਸੱਦਾ ਦੇਣ ਆ ਰਹੇ ਹਨ। ਮੁੱਖ ਮਹਿਮਾਨ ਮੈਡਮ ਅਨਮੋਲ ਗਗਨ ਮਾਨ, ਮਾਨਯੋਗ ਮੰਤਰੀ ਕਿਰਤ ਯਾਤਰਾ ਸੱਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ ਤੇ ਸ਼ਿਕਾਇਤ ਨਿਵਾਰਨ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ ਅਤੇ SSP ਸਰਦਾਰ ਸ਼੍ਰੀ ਭਾਗੀਰਥ ਸਿੰਘ ਮੀਨਾ ਜੀ ਦੇ ਨਾਲ ਪਰੇਡ ਦੀ ਇੰਸਪੈਕਸ਼ਨ ਲਈ ਜਾ ਰਹੇ ਹਨ। ਸਾਡੇ ਮੁੱਖ ਮਹਿਮਾਨ ਜੀ ਜੋ ਕਿ ਖਰੜ ਤੋਂ MLA ਹਨ, ਇਹਨਾਂ ਦੀ ਸ਼ਖਸੀਅਤ ਨੂੰ ਇਹਨਾਂ ਚੰਦ ਸਤਰਾਂ ਵਿੱਚ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ, ਹੋਰਾਂ ਵਾਂਗੂ ਹਨੇਰਾ ਢੋਂਦੇ ਰਾਤ ਬਰਾਤੇ ਜੀ ਲੈਣਾ ਸੀ, ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ। ਪੰਜਾਬ ਦੀ ਫਿਜ਼ਾ ਨੂੰ ਬਦਲਣ, ਪੰਜਾਬ ਦੇ ਲੋਕਾਂ ਦੇ ਦਰਦਾਂ ਨੂੰ ਸਮੇਟਣ ਲਈ ਇੱਕ ਬਦਲਾਅ ਦੀ ਚਿੰਤ ਨੂੰ ਬਾਲ ਕੇ ਸਿਆਸਤ ਵਿੱਚ ਆਏ ਸਾਡੇ ਮੁੱਖ ਮਹਿਮਾਨ 18 ਸਾਲ ਦੀ ਉਮਰ ਵਿੱਚ ਅਸਲੀ ਇਨਸਾਨ ਕਿਵੇਂ ਬਣੀਏ ਨਾਮ ਦੀ ਕਿਤਾਬ ਵੀ ਲਿਖ ਚੁੱਕੇ ਹਨ। ਮੁੱਖ ਮਹਿਮਾਨ ਜੀ ਪੰਜਾਬ ਪੁਲਿਸ ਦੀ ਪਹਿਲੀ ਡਿਊਟੀ ਨਿਰੀਖਣ ਕਰਦੇ ਹਨ, ਜੋ ਕਿ ਸਾਡੇ ਇਸ ਪਰੇਡ ਦੇ ਵਿੱਚ ਸ਼ਾਮਲ ਹਨ। ਉਹਨਾਂ ਤੋਂ ਬਾਅਦ ਮਹਿਲਾ ਪੁਲਿਸ ਜਵਾਨ, NCC ਕੈਡੇਟਸ ਜੋ ਕਿ ਲੋੜ ਪੈਣ ਤੇ ਦੇਸ਼ ਦੀ ਦੂਸਰੀ ਰੱਖਿਆ ਪੰਕਤੀ ਵਜੋਂ ਵੀ ਸੇਵਾਵਾਂ ਦਿੰਦੇ ਹਨ। NSS ਦੇ ਵਲੰਟੀਅਰ ਪਰੇਡ ਦੇ ਇੰਸਪੈਕਸ਼ਨ ਤੋਂ ਬਾਅਦ ਮੈਡਮ ਅਨਮੋਲ ਗਗਨ ਮਾਨ ਜੀ ਮੰਚ ਵੱਲ ਵਧਦੇ ਹੋਏ MCM DAV ਕਾਲਜ ਚੰਡੀਗੜ੍ਹ ਵਿੱਚ ਸਾਈਕੋਲੋਜੀ ਦੀ ਪੜ੍ਹਾਈ ਕਰਦਿਆਂ ਅਤੇ ਕਾਲਜ ਯੂਥ ਫੈਸਟੀਵਲਾਂ ਦੇ ਮੁਕਾਬਲਿਆਂ ਤੇ ਗਾਇਕੀ ਵਿੱਚ ਭਾਗ ਲੈਣ ਤੋਂ ਬਾਅਦ ਮੈਡਮ ਅਨਮੋਲ ਗਗਨ ਮਾਨ ਲਗਾਤਾਰ 5 ਸਾਲ ਪੰਜਾਬ ਦੇ ਸੱਭਿਆਚਾਰ ਨੂੰ ਪਰਣਾਏ ਰਹੇ ਹਨ। ਰਾਜਨੀਤੀ ਵਿੱਚ ਉਹਨਾਂ ਦੇ ਆਉਣ ਦਾ ਕਾਰਨ ਪੰਜਾਬ ਨੂੰ ਮੁੜ ਤੋਂ ਆਪਣੇ ਪੈਰਾਂ ਤੇ ਖੜਾ ਕਰਨਾ, ਲੋਕਾਂ ਨੂੰ ਉਹਨਾਂ ਦੇ ਹੱਕ ਦਿਵਾਉਣੇ ਸੀ।
ਮੈਂ ਉਹਨਾਂ ਦੀ ਸ਼ਖਸੀਅਤ ਬਾਰੇ ਇਹਨਾਂ ਸਤਰਾਂ ਨਾਲ ਸਮਾਪਤੀ ਕਰਦਾ ਹਾਂ। ਉਹਨਾਂ ਲੋਕਾਂ ਦੀਆਂ ਰਾਹਾਂ 'ਚੋਂ ਹੀ ਸੂਰਜ ਉਦੈ ਹੋਣਾ, ਜਿਨ੍ਹਾਂ ਨੇ ਦੀਵਿਆਂ ਦੀ ਥਾਂ ਹੈ ਖੁਦ ਨੂੰ ਬਾਲਿਆ ਹੋਇਆ। ਪਰਮਾਤਮਾ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਕਾਮਯਾਬੀ ਬਖਸ਼ੇ। ਹੁਣ ਟ੍ਰੇਨ ਕਮਾਂਡਰ DSP ਹਰਸ਼ਪ੍ਰੀਤ ਸਿੰਘ ਪਰੇਡ ਨੂੰ ਵਿਸ਼ਰਾਮ ਵਿੱਚ ਕਰਨਗੇ ਅਤੇ ਉਸ ਤੋਂ ਬਾਅਦ ਸਾਡੇ ਮੁੱਖ ਮਹਿਮਾਨ ਜੀ ਆਪ ਸਭ ਦੇ ਨਾਂ ਇਸ ਮੁਬਾਰਕ ਦਿਹਾੜੇ ਤੇ ਸੰਦੇਸ਼ ਦੇਣਗੇ। प्यारे शहीद भगत सिंह नगर वासियों, अज आज़ादी के 75वें वर्षगांठ उत्ते सारिਆਂ ਨੂੰ मैं हार्दिक शुभकामनावां बधाई दिंदी हां। ਵੱਖ-ਵੱਖ ਲਹਿਰਾਂ ਦੇ शहीद आजम सरदार भगत सिंह, राजगुरु ते सुखदेव, सरदार करतार सिंह सराभा, मदन लाल ढींगरा, लाला लाजपत राय जी, जवान सिंह कालेपानी, शहीद उधम सिंह ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ਤੇ ਰਹਿੰਦੇ ਹੋਏ ਸੰਘਰਸ਼ਾਂ ਕਾਰਨ ਅੱਜ ਅਸੀਂ ਜਿਹੜੇ ਆਜ਼ਾਦ ਮੁਲਕ ਦੇ ਵਿੱਚ ਰਹਿ ਰਹੇ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਖਾਤਰ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਨੇ। ਮੈਂ ਇੱਥੇ ਆਉਣ ਤੋਂ ਪਹਿਲਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਪਵਿੱਤਰ ਧਰਤੀ ਉੱਪਰ ਸਿਜਦਾ ਕਰਕੇ ਆਈ ਹਾਂ, ਉਹਨਾਂ ਦਾ ਆਸ਼ੀਰਵਾਦ ਲੈ ਕੇ ਆਈ ਹਾਂ, ਉਸ ਮਿੱਟੀ ਨੂੰ ਛੋਹ ਕੇ ਆਈ ਹਾਂ ਕਿ ਅੱਜ ਵੀ ਉਸ ਮਿੱਟੀ ਵਿੱਚੋਂ ਜਿੱਥੇ ਸ਼ਹਾਦਤ ਦੀ ਖੁਸ਼ਬੂ ਆਉਂਦੀ ਹੈ, ਉੱਥੇ ਦੇਸ਼ ਦੀ ਖਾਤਰ ਮਰ ਮਿਟਣ ਦੀ ਪ੍ਰੇਰਨਾ ਵੀ ਮਿਲਦੀ ਹੈ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਅੱਜ ਪੰਜਾਬ ਬਿਜਲੀ, ਖੇਤੀਬਾੜੀ, ਸਿੱਖਿਆ, ਲਾਅ ਐਂਡ ਆਰਡਰ, ਨਾਗਰਿਕ ਸੇਵਾਵਾਂ, ਬੁਨਿਆਦੀ ਢਾਂਚੇ, ਸ਼ਹਿਰੀ ਵਿਕਾਸ, ਪਿੰਡਾਂ ਦੇ ਸਰਬਪੱਖੀ ਵਿਕਾਸ, ਸਿਹਤ, ਚਾਹੇ ਉਹ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੀ ਗੱਲ ਹੋਵੇ, ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਉਦਯੋਗ ਖੇਤਰ ਵਿੱਚ ਜਿਹੜਾ ਕੰਮ ਕਰ ਰਿਹਾ ਹੈ, ਨਾਮ ਕਮਾਇਆ। ਪੰਜਾਬ ਸਰਕਾਰ ਨੇ ਆਪਣੇ ਲਗਭਗ 5 ਮਹੀਨੇ ਦੇ ਕਾਰਜਕਾਲ ਦੌਰਾਨ ਅਨੇਕਾਂ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਹਨ। ਸਾਡੀ ਸਰਕਾਰ ਨੇ ਇੱਕ ਵਧਾਈ, ਇੱਕ ਪੈਨਸ਼ਨ ਸਕੀਮ ਲਾਗੂ ਕਰਕੇ ਸਰਕਾਰੀ ਖਰਚੇ ਨੂੰ ਬਚਾਇਆ ਹੈ ਅਤੇ ਜਿਹੜਾ ਇਹ ਪੈਸਾ ਉਹ ਲੋਕਾਂ ਦੇ ਟੈਕਸ ਦਾ ਪੈਸਾ ਤੇ ਲੋਕਾਂ ਤੇ ਹੀ ਲਾਇਆ ਜਾਊਗਾ, ਲੋਕ ਹਿੱਤ ਕਮਾਉ ਕੇ ਲਾਇਆ ਜਾਊਗਾ। ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਡਾਕਟਰ BR ਅੰਬੇਦਕਰ ਜੀ ਦੀਆਂ ਤਸਵੀਰਾਂ ਸਰਕਾਰੀ ਦਫ਼ਤਰਾਂ 'ਚ ਲਾਈਆਂ ਗਈਆਂ ਤਾਂ ਜੋ ਇਹਨਾਂ ਮਹਾਨ ਸ਼ਖਸੀਅਤਾਂ ਤੋਂ ਪ੍ਰੇਰਨਾ ਸੇਧ ਲੈ ਕੇ ਆਪਣਾ ਜਿਹੜਾ 100% ਯੋਗਦਾਨ ਹੈ ਦੇਸ਼ ਦੀ ਸੇਵਾ ਵਿੱਚ ਪਾਇਆ ਜਾਏ। ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦੀ ਸ਼ੁਰੂਆਤ ਕਰਕੇ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਦੀ ਦਿਸ਼ਾ ਵਿੱਚ ਕਈ ਪਹਿਲਕਦਮੀ ਕੀਤੀ ਹੈ। ਇਸ ਸਹੂਲਤ ਰਾਹੀਂ ਆਮ ਨਾਗਰਿਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦਾ ਹੈ, ਜਿਸ ਦੀ ਜਾਂਚ ਕਰਕੇ ਸਰਕਾਰ ਸੰਬੰਧਿਤ ਦੋਸ਼ੀਆਂ ਉੱਤੇ ਸਖਤ ਕਾਰਵਾਈ ਕਰੇਗੀ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਜਿਹੜੀ ਇੱਕ ਵੱਡਾ ਉਪਰਾਲਾ ਪੰਜਾਬ ਸਰਕਾਰ ਦਾ। ਸਾਡੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਦਿਆਂ ਸੇਵਾ ਕੇਂਦਰਾਂ ਵਿੱਚ 122 ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਹੈ। ਸੂਬੇ ਦੇ ਨਾਗਰਿਕਾਂ ਨੂੰ ਇਹ ਸਾਰੀਆਂ ਸੇਵਾਵਾਂ ਇੱਕੋ ਛੱਤ ਥੱਲੇ ਨਿਰਧਾਰਤ ਸਮੇਂ ਅੰਦਰ ਮੁਹੱਈਆ ਕਰਵਾਈਆਂ ਜਾਣਗੀਆਂ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਲਾਅ ਐਂਡ ਆਰਡਰ ਦੇ ਮਾਮਲਿਆਂ ਪ੍ਰਤੀ ਬੇਹੱਦ ਸੰਜੀਦਾ ਹੈ। ਸਾਡੀ ਸਰਕਾਰ ਨੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ, ਜਿੱਥੇ ਨਸ਼ਿਆਂ ਦੇ ਕਾਲੇ ਕਾਰੋਬਾਰ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ, ਉੱਥੇ ਹੀ ਨਸ਼ੇ ਤਿਆਗਣ ਵਾਲੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੇ ਲਈ ਜਿਹੜੇ ਵਿਸ਼ੇਸ਼ ਉਪਰਾਲੇ ਨੇ ਉਹ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ। ਸਾਡੀ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹੋਰ ਵਧੀਆ ਬਣਾਉਣ ਦੇ ਮਕਸਦ ਦੇ ਨਾਲ
ਸਕੂਲ ਆਫ ਐਮੀਨੈਂਸ ਵਿੱਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਸਕੂਲਾਂ ਵਿੱਚ ਪੜ੍ਹਾਈ ਦਾ ਜਿਹੜਾ ਮਾਹੌਲ ਹੈ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨਾਲ ਸੰਬੰਧਿਤ ਹੋਰ ਜ਼ਰੂਰੀ ਪ੍ਰਬੰਧ ਕੀਤੇ ਜਾਣ। ਸਾਡੀ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇ ਕੇ ਰੁਜ਼ਗਾਰ ਦੇ ਯੋਗ ਲਈ 19 ਨਵੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਜਿਹੜੀਆਂ ਸਥਾਪਿਤ ਕੀਤੀਆਂ ਜਾ ਰਹੀਆਂ। ਨੌਜਵਾਨ ਇਹ ਸਿਖਲਾਈ ਪ੍ਰਾਪਤ ਕਰਕੇ ਸਵੈ ਰੁਜ਼ਗਾਰ ਵੀ ਸ਼ੁਰੂ ਕਰਨ ਦੇ ਕਾਬਲ ਹੋਣਗੇ। ਤੁਹਾਡੇ ਆਪਣੇ ਜ਼ਿਲ੍ਹੇ 'ਚ ਬਲਾਚੌਰ ਦੇ ਪਿੰਡ ਰੁੜਕੀ ਵਿਖੇ ਵੀ ਉਸਾਰੀ ਦੀ ਜਿਹੜੀ ITI ਹੈ ਉਹ ਅਸੀਂ ਜਲਦੀ ਮੁਕੰਮਲ ਹੋਵੇਗੀ ਤੇ ਉਹਨਾਂ ਨੂੰ ਜਲਦੀ ਮੁਕੰਮਲ ਕਰਾਂਗੇ। ਇਹ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੀ ਸਰਕਾਰ ਵੱਲੋਂ ਅੱਜ 75ਵੇਂ ਸੁਤੰਤਰਤਾ ਦਿਵਸ ਦੀ ਵਰ੍ਹੇਗੰਢ ਮੌਕੇ 75 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਜਾ ਰਹੇ ਨੇ। ਇਹ ਕਲੀਨਿਕ ਅੱਜ ਤੋਂ ਆਰੰਭ ਹੋ ਜਾਣੇ। ਇਹਨਾਂ ਦੀ ਸਥਾਪਤੀ ਨਾਲ ਸੂਬੇ ਦੇ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਉਹਨਾਂ ਦੇ ਘਰ ਦੇ ਨੇੜੇ ਉਪਲਬਧ ਹੋਣਗੀਆਂ। ਸਿਹਤ ਸਹੂਲਤਾਂ ਲੈਣ ਲਈ ਹੁਣ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਰਾਹੋਂ ਵਿਖੇ ਅਜਿਹਾ ਇੱਕ ਕਲੀਨਿਕ ਖੋਲ੍ਹਿਆ ਗਿਆ ਹੈ ਜਿਹੜਾ ਕਿ ਤੁਹਾਨੂੰ ਨਜ਼ਦੀਕ ਆਪਣੇ ਏਰੀਏ ਦੇ ਵਿੱਚ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਜਲਦੀ ਜਿਹੜੇ ਇਹ ਮੁਹੱਲਾ ਕਲੀਨਿਕ ਇਹਨਾਂ ਦੀ ਗਿਣਤੀ ਹੈ ਪੰਜਾਬ ਦੇ ਵਿੱਚ ਹੋਰ ਵਧਾ ਦਿੱਤੀ ਜਾਏਗੀ। ਪੰਜਾਬ ਸਰਕਾਰ ਨੇ ਸਮਾਜ ਦੇ ਕਮਜ਼ੋਰ ਵਰਗਾਂ ਲਈ 25,000 ਘਰ ਬਣਾਉਣ ਦੀ ਤਵਤੀਜ਼ ਬਣਾਈ ਹੈ ਤਾਂ ਜੋ ਉਹਨਾਂ ਨੂੰ ਸਿਰ ਢੱਕਣ ਲਈ ਛੱਤ ਮੁਹੱਈਆ ਕਰਵਾਈ ਜਾ ਸਕੇ। ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਘਟਣ ਤੋਂ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਸਬਸਿਡੀ ਦਿੱਤੀ ਜਾ ਰਹੀ ਹੈ। ਵਾਤਾਵਰਣ ਸੁਧਾਰ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਸੂਬੇ ਦੇ ਹਰ ਨਾਗਰਿਕ ਨੂੰ ਸੁਹਿਰਦ ਹੋਣਾ ਅੱਜ ਸਮੇਂ ਦੀ ਲੋੜ ਹੈ। ਇਸ ਮਕਸਦ ਲਈ ਸਰਕਾਰ ਦੇ ਨਾਲ ਨਾਲ ਕਿਸਾਨ ਵੀਰਾਂ ਨੂੰ ਵੀ ਆਪਣਾ ਯੋਗਦਾਨ ਪਾਉਣਾ ਪੈਣਾ। ਇਸ ਤੋਂ ਬਿਨਾਂ ਸੂਬਾ ਸਰਕਾਰ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਅਧੀਨ ਰਜਿਸਟਰ ਕੀਤੇ ਹਰੇਕ ਲਾਭਪਾਤਰੀ ਨੂੰ ਆਟੇ ਦੀ ਹੋਮ ਡਿਲੀਵਰੀ ਦੀ ਸਹੂਲਤ ਦੇਣ ਜਾ ਰਹੀ ਹੈ। ਸੂਬੇ ਦੇ 1 ਕਰੋੜ 58 ਲੱਖ ਲਾਭਪਾਤਰੀਆਂ ਨੂੰ ਇਸ ਦਾ ਲਾਭ ਪਹੁੰਚੇਗਾ। ਪੰਜਾਬ ਸਰਕਾਰ ਨੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਨਿਕਾਂ ਦੇ ਸਨਮਾਨ ਵਜੋਂ ਪੰਜਾਬ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਣ ਵਾਲਾ ਮਾਣ ਭੱਤਾ ਵਧਾ ਕੇ 1 ਕਰੋੜ ਰੁਪਇਆ ਕਰ ਦਿੱਤਾ। ਇਹ ਸਹਾਇਤਾ ਦੇਸ਼ ਸੇਵਾ ਦੌਰਾਨ ਆਪਣੀ ਜਾਨ ਦੇਣ ਵਾਲੇ ਸੈਨਿਕਾਂ ਦੇ ਅਸ਼ਰਫਾਂ ਨੂੰ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਸੂਬੇ ਦੇ ਵੱਖ-ਵੱਖ ਵਿਭਾਗਾਂ, ਬੋਰਡਸ, ਕਾਰਪੋਰੇਸ਼ਨ, ਏਜੰਸੀਆਂ ਵਿੱਚ ਖਾਲੀ ਪਈਆਂ 26,000 ਅਸਾਮੀਆਂ ਲਈ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਪੰਜਾਬ ਵਿੱਚ ਉਦਯੋਗ ਲਾਉਣ ਦੇ ਉਦੇਸ਼ ਨਾਲ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਸਾਰੀਆਂ ਪ੍ਰਵਾਨਗੀਆਂ ਇੱਕ ਪ੍ਰਣਾਲੀ ਰਾਹੀਂ ਮੁਹੱਈਆ ਕਰਵਾਉਣ ਲਈ ਸਿੰਗਲ ਵਿੰਡੋ ਨਿਰਵਿਘਨ ਨਿਵੇਸ਼ ਸਹੂਲਤ ਪ੍ਰਦਾਨ ਕੀਤੀ ਗਈ ਹੈ। ਇਸ ਪ੍ਰਣਾਲੀ ਦਾ ਮਕਸਦ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਖੱਜਲ ਖੁਆਰੀ ਤੋਂ ਮੁਕਤ ਕਰਨਾ ਹੈ ਤੇ ਪੰਜਾਬ ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਵੱਧ ਤੋਂ ਵੱਧ ਨਿਵੇਸ਼ ਲਿਆ ਕੇ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨਾ ਤੇ ਆਪਣੇ ਪੈਰਾਂ 'ਤੇ ਖੜਾ ਕਰਨਾ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਾਉਣ ਦਾ ਆਪਣਾ ਚੋਣ ਵਾਅਦਾ ਪੂਰਾ ਕਰਦਿਆਂ 1 ਜੁਲਾਈ 2022 ਤੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਬਿਲਿੰਗ ਸਾਈਕਲ 600 ਯੂਨਿਟ ਬਿਜਲੀ ਮੁਫਤ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਸੂਬੇ ਦੇ ਲੱਖਾਂ ਲੋਕਾਂ ਨੂੰ ਲਾਭ ਪਹੁੰਚ ਰਿਹਾ ਹੈ। ਸਤੰਬਰ ਮਹੀਨੇ ਵਿੱਚ ਪੰਜਾਬ ਵਾਸੀਆਂ ਨੂੰ ਬਿਜਲੀ ਦਾ ਬਿੱਲ 0 ਆਵੇਗਾ। ਇੰਨਾ ਹੀ ਨਹੀਂ, ਪੰਜਾਬ ਦੇ ਲੋਕਾਂ ਨੇ 31 ਦਸੰਬਰ 2021 ਤੱਕ ਦੇ ਸਾਰੇ ਬਕਾਇਆ ਬਿੱਲਾਂ ਨੂੰ ਮਾਫ ਕਰ ਦਿੱਤਾ ਹੈ ਅਤੇ ਜਿਨ੍ਹਾਂ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟੇ ਗਏ ਹਨ ਉਹਨਾਂ ਦੇ ਬਿਜਲੀ ਕਨੈਕਸ਼ਨਾਂ ਨੂੰ ਮੁੜ ਬਹਾਲ ਕੀਤਾ ਜਾਵੇਗਾ। ਸਾਡੀ ਸਰਕਾਰ ਨੇ ਕਿਸਾਨ ਵੀਰਾਂ ਲਈ ਇੱਕ ਸਮੇਂ ਦੇ ਉਪਾਅ ਵਜੋਂ ਟਿਊਬਵੈੱਲਾਂ ਦੇ ਲੋਡ ਵਧਾਉਣ ਦੀ ਫੀਸ 4750 ਰੁਪਏ ਤੋਂ ਘਟਾ ਕੇ 2500 ਰੁਪਏ ਪ੍ਰਤੀ ਹਾਰਸ ਪਾਵਰ ਕੀਤੀ ਹੈ। ਹੁਣ ਕਿਸਾਨ ਵੀ ਸਸਤੇ ਭਾਅ ਨਾਲ ਆਪਣੇ ਮੋਟਰਾਂ ਦਾ ਲੋਡ ਹੈ ਉਹ ਵਧਾ ਸਕਦੇ। ਪੰਜਾਬ ਸਰਕਾਰ ਦੇ ਵਿਸ਼ੇਸ਼ ਯਤਨਾਂ ਸਦਕਾ ਪੰਜਾਬ ਦੀਆਂ ਸਰਕਾਰੀ ਬੱਸਾਂ ਪੰਜਾਬ ਤੋਂ
ਸਿੱਧੀਆਂ ਦਿੱਲੀ 에ਅਰਪੋਰਟ ਲਈ ਜਾਣੀਆਂ ਸ਼ੁਰੂ ਹੋ ਗਈਆਂ ਨੇ। ਇਸ ਦਾ ਕਿਰਾਇਆ ਵੀ ਪ੍ਰਾਈਵੇਟ ਬੱਸਾਂ ਨਾਲੋਂ 50% ਘੱਟ ਹੋਵੇਗਾ। ਇਸ ਦਾ ਦੁਆਬਾ ਖੇਤਰ ਨੂੰ ਬਹੁਤ ਵੱਡਾ ਜਿਹੜਾ ਲਾਭ ਮਿਲਿਆ ਹੈ ਤੇ ਆਉਣ ਵਾਲੇ ਸਮੇਂ 'ਚ ਪ੍ਰਾਪਤ ਹੋਣਾ ਹੈ। ਮੌਜੂਦਾ ਪੰਜਾਬ ਸਰਕਾਰ ਵਿੱਚ ਸੂਬੇ ਦੇ ਮੋਟਰ ਵਹੀਕਲ ਡੀਲਰਾਂ ਨੂੰ ਨਵੇਂ ਵਾਹਨਾਂ ਦੀ ਮੌਕੇ ਤੇ ਰਜਿਸਟ੍ਰੇਸ਼ਨ ਲਈ ਪ੍ਰਵਾਨਗੀ ਦੇਣ ਵਾਲੀ ਅਥਾਰਟੀ ਵਜੋਂ ਅਧਿਕਾਰਤ ਕੀਤਾ ਹੈ। ਇਹ ਪ੍ਰਣਾਲੀ ਦਾ ਮਕਸਦ ਵੀ ਲੋਕਾਂ ਨੂੰ ਖੱਜਲ ਖੁਆਰੀ ਤੋਂ ਨਿਜਾਤ ਦਿਵਾਉਣਾ ਹੈ। ਪੰਜਾਬ ਸਰਕਾਰ ਨੇ ਲੱਖਾਂ ਰੁਪਏ ਦਾ ਖਰਚਾ ਬਚਾਉਂਦਿਆਂ ਸੂਬੇ ਦਾ ਪਹਿਲਾ ਪੇਪਰ ਰਹਿਤ ਬਜਟ ਪੇਸ਼ ਕੀਤਾ ਹੈ, ਜੋ ਕਿ ਬਜਟ ਪੇਸ਼ ਕਰਨ ਦੇ ਇਤਿਹਾਸ ਵਿੱਚ ਇੱਕ ਨਿਵੇਕਲੀ ਪਹਿਲ ਕਦਮੀ ਹੈ। ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਹਰੇਕ ਵਰਗ ਦੀ ਸਲਾਹ ਤੇ ਸੁਝਾਅ ਲੈ ਕੇ ਬਜਟ ਤਿਆਰ ਕੀਤਾ ਗਿਆ ਹੈ। ਸਾਡੀ ਸਰਕਾਰ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਉਦੇਸ਼ ਨਾਲ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਪ੍ਰਸਤਾਵਿਤ ਪ੍ਰੋਜੈਕਟ ਤਹਿਤ ਹਰੇਕ ਵਿਧਾਨ ਸਭਾ ਵਿੱਚ 50,000 ਬੂਟੇ ਲਾਉਣ ਦਾ ਸਮਾਂ ਮਿਥਿਆ ਗਿਆ ਹੈ, ਤਾਂ ਜੋ ਸਾਡੇ ਪੰਜਾਬ ਨੂੰ ਪਹਿਲਾਂ ਵਾਂਗੂ ਹਰਿਆ ਭਰਿਆ ਬਣਾਇਆ ਜਾ ਸਕੇ, ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ। ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦੀ ਹਾਂ ਕਿ ਜਿਹੜੀ ਇਹ ਹਰਿਆਵਲ ਲਹਿਰ 50,000 ਬੂਟਾ ਲਗਾਉਣ ਵਾਲੀ ਚਲਾਈ ਗਈ ਹੈ, ਇਸ ਤੋਂ ਬਾਅਦ ਚੜ੍ਹ ਕੇ ਹਿੱਸਾ ਦਿੱਤਾ ਜਾਵੇ ਤਾਂ ਕਿ ਵਾਤਾਵਰਨ ਦੇ ਸ਼ੁੱਧ ਰੱਖਿਆ ਜਾ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਹੜਾ ਵਾਤਾਵਰਨ ਦਾ ਮਾਹੌਲ ਉਹਨਾਂ ਨੂੰ ਚੰਗਾ ਦਿੱਤਾ ਜਾ ਸਕੇ। ਅਖੀਰ ਵਿੱਚ ਮੈਂ ਭਾਰਤ ਦੇ ਸਾਰੇ ਸ਼ਹੀਦਾਂ ਨੂੰ ਕੋਟੀ-ਕੋਟੀ ਪ੍ਰਣਾਮ ਕਰਦੀ ਹੋਈ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਦੀ, ਤਰੱਕੀ ਦੀ ਕਾਮਨਾ ਕਰਦੀ ਹਾਂ। ਜੈ ਹਿੰਦ, ਇਨਕਲਾਬ ਜ਼ਿੰਦਾਬਾਦ। ਮੈਂ ਟ੍ਰੇਨ ਕਮਾਂਡਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਮਾਰਚ ਪਾਸਟ ਦੀ ਤਿਆਰੀ ਕਰਵਾਉਣ। ਜੂਮ ਰੱਖਿਓ ਬੜੀ ਜੂਮ। ਕਮਾਂਡਰ ਡੀਐਸਪੀ ਸਰਦਾਰ ਹਰਪ੍ਰੀਤ ਸਿੰਘ ਸ਼ਾਨਦਾਰ ਮਾਰਚ ਪਾਸਟ ਦੀ ਅਗਵਾਈ ਕਰਦੇ ਹੋਏ, ਜੋ ਕਿ ਮੁੱਖ ਮਹਿਮਾਨ ਜੀ ਅਤੇ ਕੌਮੀ ਝੰਡੇ ਨੂੰ ਸੈਲਿਊਟ ਕਰਨ ਲਈ ਮੰਚ ਵੱਲ ਵਧ ਰਿਹਾ ਹੈ। ਪੰਜਾਬ ਪੁਲਿਸ ਦੇ ਬਹਾਦਰ ਜਵਾਨ, एनसीसी कैडेट्स के एनएसएस वॉलंटियर्स इस शानदार मार्च पास्ट का हिस्सा हैं। ASI सरबजीत सिंह, SI गुरिंदर सिंह,
भाई अमरजीत कौर, सरकारी सीनियर सेकेंडरी स्कूल राहो जगप्रीत सिंह, जवाहर नवोदया विद्यालय पोजेवाल गुरमीत सिंह, प्रकाश मॉडल स्कूल नवांशहर सिदक सुखराज सिंह अगुवाई कर रहे हैं। मानयोग मुख्य मेहमान जी को स्थान ग्रहण करवाने मानयोग मुख्य मेहमान मैडम अनमोल गगनमान जी, मानयोग हित यात्रा सभ्याचारक मामले निवेश प्रोत्साहन के शिकायत निवारण विभागों के मंत्री, झाकियां ਵੱਖ-ਵੱਖ विभागों वालों अपनिया प्राप्तियां नूं दिखाउण लई कढ़ियां जा रही हैं। सब तो पहली झाकी कृपा करके झाकियां शुरू कीतियां जाण। सब तो पहली झाकी साझ केंद्र दी पुलिस साल के अंदर झाकी झाकियां तो बाद साढ़े स्कूलों के बच्चे पीटी शो लई तैयार बैठे हैं। इन्हां वालों पीटीआई बलदेव राज की अगवाई में ये शानदार पीटी शो तैयार किया गया है। सरदार भगत सिंह जिन्हां दी इस पवित्र धरती ते असी आज़ादी की 75वीं वर्षगांठ मना रहे हैं। असी सारे अपने आप को बहुत ही भाग्यशाली महसूस कर रहे हैं कि देश के उन्हां महान शहीदों वालों कीतियां घालनावां तो बाद असी उस आज़ादी का आनंद मान रहे हैं। पहली झाकी सांझ के अंदर शहीद भगत सिंह नगर जिला पुलिस वालों SSP श्री भागीरथ सिंह मीना IPS की अगवाई में जिले नूं नशा मुक्त करन लई जिला पुलिस अते साझ केंद्रां वालों साझे तौर पर किए जा रहे यत्नां नूं दर्शा रही है। ये झाकी सैमीनार जागरूकता समागम नौजवानों को वोट सेंटरों में लैके आना ते तस्करां नूं सलाखा पिछे भेजना, ये सारा कुछ किया जा रहा है। इस तो इलावा पंजाब सरकार द्वारा
ਪਬਲਿਕ ਦੀਆਂ ਸ਼ਿਕਾਇਤਾਂ ਨੂੰ ਫੌਰੀ ਤੌਰ ਤੇ ਹੱਲ ਕਰਨ ਲਈ ਪੰਜਾਬ ਗ੍ਰੀਵੈਂਸ ਡਿਵੀਜ਼ਨ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਕੋਈ ਵੀ ਵਿਅਕਤੀ ਹੁਣ ਘਰ ਬੈਠੇ ਹੀ ਪੁਲਿਸ ਕੋਲ ਆਨਲਾਈਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਦੂਸਰੀ ਝਾਕੀ ਸਿਹਤ ਵਿਭਾਗ ਵੱਲੋਂ ਆਮ ਆਦਮੀ ਕਲੀਨਿਕ ਨੂੰ ਦਿਖਾ ਰਹੀ ਹੈ। ਅੱਜ ਬੜਾ ਖੁਸ਼ੀ ਦਾ ਮੌਕਾ ਹੈ ਕਿ ਸਮੁੱਚੇ ਪੰਜਾਬ ਵਿੱਚ 75 ਆਮ ਆਦਮੀ ਕਲੀਨਿਕ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਸ਼੍ਰੀ ਭਗਵੰਤ ਮਾਨ ਜੀ ਵੱਲੋਂ ਇੱਕੋ ਸਮੇਂ ਸ਼ੁਰੂ ਕੀਤੇ ਜਾ ਰਹੇ ਹਨ। ਆਪਣੇ ਜ਼ਿਲ੍ਹੇ ਵਿੱਚ ਵੀ ਆਮ ਆਦਮੀ ਕਲੀਨਿਕ ਰਾਹੋਂ ਵਿਖੇ ਬਣਾਇਆ ਗਿਆ ਹੈ, ਜਿੱਥੇ ਮੈਡੀਕਲ ਅਫਸਰ, ਫਾਰਮਾਸਿਸਟ, ਕਲੀਨਿਕਲ ਅਸਿਸਟੈਂਟ ਤੇ ਇੱਕ ਸੇਵਾਦਾਰ ਦੀ ਪੋਸਟ ਕੱਲ ਨਿਯੁਕਤੀ ਪੱਤਰ ਦੇ ਕੇ ਭਰ ਦਿੱਤੀ ਗਈ ਹੈ। ਆਮ ਆਦਮੀ ਕਲੀਨਿਕ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਤੇ ਬਿਮਾਰੀਆਂ ਦੀ ਜਾਂਚ ਕਰਨ ਲਈ 100 ਤਰ੍ਹਾਂ ਦੇ ਕਲੀਨਿਕਲ ਟੈਸਟਾਂ ਵਾਲੇ 41 ਪੈਕੇਜ ਮੁਫਤ ਦਿੱਤੇ ਜਾਣਗੇ। ਇਹਨਾਂ ਕਲੀਨਿਕਾਂ ਦੀ ਸ਼ੁਰੂਆਤ ਨਾਲ ਪੰਜਾਬ ਦੇ ਸਿਹਤ ਢਾਂਚੇ ਵਿੱਚ ਕ੍ਰਾਂਤੀਕਾਰੀ ਸੁਧਾਰ ਹੋਣਗੇ। ਇਹਨਾਂ ਕਲੀਨਿਕਾਂ ਨਾਲ ਲਗਭਗ 90% ਮਰੀਜ਼ਾਂ ਨੂੰ ਘਰ ਦੇ ਨੇੜੇ ਹੀ ਰੋਗਾਂ ਦੀ ਦਵਾਈ ਉਪਲਬਧ ਹੋਵੇਗੀ, ਜਿਸ ਨਾਲ ਸਾਡੇ ਵੱਡੇ ਹਸਪਤਾਲਾਂ ਵਿੱਚ ਭੀੜ ਘਟੇਗੀ। ਪੰਜਾਬ ਸਰਕਾਰ ਦਾ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ। ਅਗਲੀ ਝਾਕੀ ਵਣ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਦੀ, ਜੋ ਕਿ ਇਸ ਨਾਰੇ ਨਾਲ ਆ ਰਹੀ ਹੈ, ਇਹ ਧਰਤੀ ਗੁਰੂਆਂ ਪੀਰਾਂ ਦੀ ਰੁੱਖਾਂ ਨਾਲ ਸ਼ਿੰਗਾਰੋ ਲੋਕੋ। ਪੰਜਾਬ ਸਰਕਾਰ ਵੱਲੋਂ ਹਰੇਕ ਹਲਕੇ ਵਿੱਚ 50,000 ਬੂਟੇ ਲਗਾਉਣ ਦੇ ਤਹਿਤ ਸਾਡੇ ਜ਼ਿਲ੍ਹੇ ਵਿੱਚ ਵੀ ਇਹ ਬੂਟੇ ਹੁਣ ਤੱਕ ਲਗਾਏ ਜਾ ਚੁੱਕੇ ਹਨ। 2,15,000 ਬੂਟੇ ਵੱਖ-ਵੱਖ ਸਕੀਮਾਂ ਤਹਿਤ ਅਤੇ 115 ਤਰਵੈਣੀਆਂ ਪ੍ਰਤੀ ਹਲਕਾ ਫ੍ਰੀ ਸਪਲਾਈ ਦਿੱਤੀ ਜਾ ਰਹੀ ਹੈ। ਕੋਈ ਵੀ ਵਿਭਾਗ ਪਾਸੋਂ ਬੂਟੇ ਪ੍ਰਾਪਤ ਕਰਕੇ ਲਗਾ ਸਕਦਾ ਹੈ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਅਗਲੀ ਝਾਕੀ ਬਾਗਬਾਨੀ ਵਿਭਾਗ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ। ਖੇਤੀ ਵਿਭਿੰਨਤਾ ਲਿਆਉਣ ਦਾ ਇਸ ਵਿਭਾਗ ਦਾ ਮੁੱਖ ਰੋਲ ਹੈ। ਬਾਗਾਂ, ਸਬਜ਼ੀਆਂ, ਫੁੱਲਾਂ ਤੇ ਖੁੰਭਾਂ ਹੇਠ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਰਕਬਾ ਲਿਆਂਦਾ ਜਾ ਰਿਹਾ ਹੈ। ਪਾਣੀ ਦੀ ਬਚਤ ਤਾਂ ਹੋਵੇਗੀ ਹੀ, ਸਗੋਂ ਕਣਕ ਝੋਨੇ ਤੋਂ ਰਵਾਇਤੀ ਫਸਲਾਂ ਤੋਂ ਵਧੇਰੇ ਮੁਨਾਫਾ ਵੀ ਮਿਲੇਗਾ ਤੇ ਸਾਡਾ ਵਾਤਾਵਰਨ ਵੀ ਸ਼ੁੱਧ ਰਹੇਗਾ। ਜ਼ਿਮੀਂਦਾਰਾਂ ਨੂੰ ਪੋਲੀ ਹਾਊਸ, ਨੈਟ ਹਾਊਸ ਕਲਟੀਵੇਸ਼ਨ ਸੰਬੰਧੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਿਭਾਗ ਵੱਲੋਂ ਕਿਸਾਨਾਂ ਨੂੰ ਆਪਣੀ ਆਮਦਨੀ ਵਧਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅਗਲੀ ਝਾਕੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਹੈ, ਜੋ ਕਿ ਅਗਲੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਦਾ ਹੱਲ ਕਰਨ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਦੇ ਬਚਾਉਣ ਦੇ ਉਪਰਾਲੇ ਨੂੰ ਦਰਸਾ ਰਹੀ ਹੈ। ਇਸ ਲਈ ਵਿਭਾਗ ਵੱਲੋਂ ਕਣਕ ਦੀ ਜੋ ਅਗਲੇ ਸੀਜ਼ਨ 'ਚ ਬਿਜਾਈ ਕਰਨੀ ਹੈ, ਸੁਪਰ ਸੀਡਰ ਮਸ਼ੀਨਾਂ ਨਾਲ ਕਰਵਾਈ ਜਾਏਗੀ। ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਬਿਨਾਂ ਖੇਤ ਦੀ ਤਿਆਰੀ ਤੇ ਪਰਾਲੀ ਨੂੰ ਅੱਗ ਲਗਾਏ ਬਗੈਰ ਕੀਤੀ ਜਾ ਸਕਦੀ ਹੈ। ਘੱਟੋ ਘੱਟ 7 ਦਿਨ ਦੇ ਸਮੇਂ ਦੀ ਬਚਤ ਹੋਵੇਗੀ। ਨਦੀਨ ਘੱਟ ਹੋਣਗੇ। 50% ਦੀ ਸਬਸਿਡੀ ਦਿੱਤੀ ਜਾਂਦੀ ਹੈ ਇਸ ਮਸ਼ੀਨ 'ਤੇ। ਹੁਣ ਤੱਕ 476 ਮਸ਼ੀਨਾਂ ਜ਼ਿਲ੍ਹੇ ਵਿੱਚ ਉਪਲਬਧ ਕਰਵਾਈਆਂ ਜਾ ਚੁੱਕੀਆਂ ਹਨ। ਮਾਰਕਫੈਡ ਪੰਜਾਬ ਸਰਕਾਰ ਦਾ ਸਹਿਕਾਰੀ ਅਦਾਰਾ ਅਗਲੀ ਝਾਕੀ ਲੈ ਕੇ ਆ ਰਿਹਾ ਹੈ। ਪੰਜਾਬ ਰਾਜ ਸਹਿਕਾਰੀ ਅਤੇ ਮੰਡੀਕਰਨ ਫੈਡਰੇਸ਼ਨ ਵਜੋਂ ਜਾਣਿਆ ਜਾਂਦਾ
एशिया का सब तो वड्डा सहकारी अदारा जो कि कणक झोना तेल बीज ते मूंग मंडियां विचों सरकारी रेटां ते खरीद करता है ਅਤੇ किसानां नूं जिनस की वाजिब कीमत दिंदा है। सहकारी सुभावां राਹੀਂ किसानां नूं खाद पशु खुराक सोना घिओ ਅਤੇ ਕੀੜੇਮਾਰ ਦਵਾਈਆਂ सरकारी रेट ते सप्लाई कीतियां ਜਾਂਦੀਆਂ ਹਨ। डब्बाबंद सब्जियां ਅਤੇ बासमती बाहरले देशों में भेज के विदेशी मुद्रा में वाधा किया जाता है। अगली झाकी एक होर वड्डे सहकारी अदारे वेरका दी है। वेरका समूचे विश्व विच अपने मियारी उत्पादों नाल अपना नाम बना चुका है। दुध और दुध तो बने उत्पाद जिन्हां विच पनीर लस्सी मिठाइयाँ इस वेरका की शुद्धता की पहचान हैं। सहकारी सभावां राਹੀਂ दुध के मंडीकरण में भी वेरका वालों बड़ा योगदान पाया जा रहा है। पंजाब का अपना अदारा जो कि पंजाब विच दुध की उच्ची कीमत रखने लई बहुत वड्डी जिम्मेवारी निभा रहा है। अगली झाकी जिला रोजगार के कारोबार ब्यूरो वालों है जिसके मानयोग डिप्टी कमिश्नर चेयरमैन हैं। इस विभाग वालों रोजगार लई ऑनलाइन ते ऑफलाइन रजिस्ट्रेशन वक्-वक् सरकारी ते प्राइवेट असामियां भरन लई सहायता करियर काउंसलिंग इंटरव्यू की तैयारी लई सहायता मुफ्त सिखलाई रोजगार स्वै रोजगार की सहूलत ते फ्री स्किल ट्रेनिंग पंजाब हुनर विकास मिशन अधीन जिले के पेंडू के शहरी नौजवानों को दीन दयाल उपाध्याय ग्रामीण कौशल योजना ਅਤੇ प्राइम मिनिस्टर कौशल विकास योजना ਅਤੇ कौमी अर्बन आजीविका मिशन के अधीन ਵੱਖ-ਵੱਖ कोर्सा तहत मुफ्त सिखलाई उपलब्ध करवाई जा रही है। मुकाबले दीयां ਪ੍ਰੀਖਿਆਵਾਂ ਲਈ आधुनिक लाइब्रेरी स्थापित की गई है जिस विच 250 के करीब किताबां उपलब्ध हैं। इस तो बाद साडी आखिरी झाकी पंजाब राज कानूनी सेवावां अथार्टी जिला के सैशन जज सरदार कवलजीत सिंह बाजवा की अगवाई हेठ जिला कानूनी सेवावां अथार्टी बहुत बढ़िया काम कर रही है। मुफ्त कानूनी सहायता उपलब्ध करवाई जा रही है। इस तहत अनुसूचित जाति या कबीले के लोग बेगार के मारे औरतां बड़ी मुसीबत मानसिक रोगी उद्योगिक कामे जेलों में बंद हवालाती ਅਤੇ ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ 3 ਲੱਖ ਤੋਂ ਘੱਟ ਹੈ ਉਹਨਾਂ ਨੂੰ ਇਹ ਸਹੂਲਤ ਦਿੱਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਕਚਹਿਰੀ ਨਵਾਂਸ਼ਹਿਰ ਵਿਖੇ ਅਥਾਰਟੀ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਹੁਣ मैं सदा देवांगा पीटीआई बलदेव राज नूं कि वो पीटी शो की शुरुआत करवाउण। साडे अज दे इस पीटी शो विच सरकारी सीनियर सैकेंडरी स्कूल नवांशहर, सरकारी सीनियर सैकेंडरी स्कूल हयाला, सरकारी सीनियर सैकेंडरी स्कूल करीहा सावधान हो गए, सावधान सावधान। पीटी शो के लिए सामने से आगे बढ़ेंगे, आगे बढ़। आना में
टाइम है ना जी इस तरह ਸਕੂਲਾਂ ਵਿੱਚ ਸਰਕਾਰੀ ਸੀਨੀਅਰ ਸਟੱਡੀ ਸਕੂਲ ਕਰੀਹਾ, ਦੁਆਬਾ ਸਿੱਖ ਨੈਸ਼ਨਲ ਸਕੂਲ ਨਵਾਂ ਸ਼ਹਿਰ, ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਦੌਲਤਪੁਰ, ਸ਼ਿਵਾਲਿਕ ਪਬਲਿਕ ਸਕੂਲ ਨਵਾਂ ਸ਼ਹਿਰ, ਸਰਕਾਰੀ ਸੀਨੀਅਰ ਸਟੱਡੀ ਸਕੂਲ ਜਾੜਲਾ, ਸਰਕਾਰੀ ਸੀਨੀਅਰ ਸਟੱਡੀ ਸਕੂਲ ਔੜ ਤੇ ਸਰਕਾਰੀ ਸੀਨੀਅਰ ਸਟੱਡੀ ਸਕੂਲ ਲਗੜੋਆ ਦੇ ਬੱਚੇ ਸ਼ਾਮਲ ਹਨ।
बच्चों अपने साथियों लिए ताड़ियां जरूर लगा दिया करो, हौसला अफजाई हो जाती है। लहू वतन के शहीदों का रंग लाया है, उछल रहा है जमाने में नामे आज़ादी ते आओ ਹੁਣ ਉਹਨਾਂ ਸ਼ਹੀਦਾਂ ਨੂੰ ਆਪਣੇ ਸੱਭਿਆਚਾਰਕ ਤੇ ਦੇਸ਼ ਭਗਤੀ ਦੇ ਪ੍ਰੋਗਰਾਮ ਨਾਲ ਸ਼ਰਧਾਂਜਲੀਆਂ ਦੇਈਏ। ਸਭ ਤੋਂ ਪਹਿਲਾਂ ਆ ਰਹੇ ਹਨ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਕੋਲਾਮ ਆਪਣੀ ਕੋਰੀਓਗ੍ਰਾਫੀ ਲੈ ਕੇ। ਮੈਂ ਬੇਨਤੀ ਕਰਾਂਗਾ ਕਿ ਜਿਨ੍ਹਾਂ ਦੀ ਨੈਕਸਟ ਆਈਟਮ ਹੈ ਉਹ ਸਕੂਲ ਵੀ ਪਿੱਛੇ ਤਿਆਰ ਹੀ ਰਹਿਣਗੇ ਤਾਂ ਕਿ ਸ਼ੁਰੂਆਤ 'ਤੇ ਸਾਡਾ ਘੱਟ ਤੋਂ ਘੱਟ ਸਮਾਂ ਲੱਗੇ। ਹੁਣ ਪਹਿਲੀ ਪੇਸ਼ਕਾਰੀ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ